DM+ की सियासी, फनी और सोशल वीडियोस देखने के लिए हमारा YouTube चैनल सब्सक्राइब करें और बेल आइकन के बटन को प्रेस करना बिल्कुल ना भूलें ताकि हमारी हर आने वाली वीडियो से आप बाखबर रह सकें। अस्सलामुअलैकुम नाज़रीन, DM+ के साथ एक बार फिर हूँ मैं आपकी खिदमत में हाजिर। उम्मीद करता हूँ आप सब खैरियत से होंगे। नाज़रीन, आज मेरे साथ एक ऐसी कहानी, एक ऐसी दास्तान मौजूद है जिसे देख के ना सिर्फ इंसानियत की रूह कांप उठती है बल्कि हम इस दास्तान को कभी ना फरामोश नहीं कर सकते। मेरे साथ मौजूद है वो रशीद अहमद, जिसको ना सिर्फ एक दुश्मनी, एक अनापरस्ती की खातिर इसके चेहरे के ऊपर तेज़ाब फेंक के जला दिया गया बल्कि इसको ज़िंदगी भर की तमाम आसाइशों से महरूम कर दिया गया, जो आज दर बदर लाहौर की उन गलियों में, उन शहरों में और ऐसी जगहों पे घूम रहा है और अपनी फैमिली से दर बदर है। हम जानते हैं रशीद अहमद से कि आखिर क्या वाक़या है जो इनके साथ पेश आया। अस्सलाम वालेकुम। वालेकुम सलाम। मोहम्मद रशीद साहब, सबसे पहले तो मुझे ये बताएं कि आपके साथ ये जो वाक़या पेश आया है ये किस तरह आया है? सर मेरे ना जी 1999 शादी हुई सी, ससुराल ਦੇ ਘਰ ਗਏ ਆ, ਉੱਥੇ ਸੁੱਤੇ ਆ ਤੇ ਆਪਣਾ ਰਾਤੀ ਸੁੱਤੇ ਪਏ ਤੇ ਤਦਾਬ ਪਿੰਡ ਦਾ ਗਾਉਂ ਦਾ ਬੰਦਾ ਸੀ ਜ਼ਿਮੀਂਦਾਰ, ਉਹਨੇ ਤਦਾਬ ਪਾ ਦਿੱਤਾ। रशीद साहब ਮੈਨੂੰ ਇਹ ਗੱਲ ਦੱਸੋ ਕੀ ਵਜ੍ਹਾ ਸੀ ਕਿ ਉਹਨੇ ਤੇਜ਼ਾਬ ਪਾ ਦਿੱਤਾ? ਮੇਰੀ ਤਾਂ ਕੋਈ ਦੁਸ਼ਮਣੀ ਨਹੀਂ ਸੀ ਜੀ ਉਹਨਾਂ ਨਾਲ, ਤੇ ਹੋ ਸਕਦਾ ਮੇਰੇ ਸਸੁਰਾਲ ਨਾਲ ਕੋਈ ਵਾਦਾ ਘਾਟਾ ਹੋਵੇ, ਤੇ ਲੇਕਿਨ ਮੈਂ ਫਿਰ ਨਿਸ਼ਤਰ ਚਲੇ ਗਿਆ ਮੁਲਤਾਨ। 6 ਮਹੀਨੇ ਮੈਂ ਉੱਥੇ ਦਾਖਲ ਰਿਹਾ। 6 ਮਹੀਨੇ ਆ ਸਾਰਾ ਚਿਹਰਾ ਸੜ ਗਿਆ, ਅੱਖ ਸੜ ਗਈ ਆ, ਕੰਨ ਸੜ ਗਿਆ, ਅੱਧਾ ਜਿਸਮ ਸੜ ਗਿਆ, ਲੱਤ ਸੜ ਗਈ ਮੇਰੀ, ਤੇ ਅੱਲਾਹ ਪਾਕ ਨੇ ਦੁਬਾਰਾ ਜ਼ਿੰਦਗੀ ਦਿੱਤੀ। ਮੂੰਹ ਦੇ ਤਦਾਬ ਚਲੇ ਗਿਆ ਬੋਲਦੇ ਹਾਂ ਜੀ। ਤੇ ਅੱਛਾ, ਮੈਨੂੰ ਇਹ ਗੱਲ ਦੱਸੋ ਕਿ ਤੁਹਾਨੂੰ ਕੋਈ ਲੱਗਦੀ ਹੋਵੇ ਕੋਈ ਵਜ੍ਹਾ, ਕੋਈ ਖਾਸ ਕਿ ਤੁਹਾਨੂੰ ਲੱਗਦਾ ਹੈ ਕਿ ਯਾਰ ਕੋਈ ਵਜ੍ਹਾ ਹੋਏਗੀ ਜਿੰਦੀ ਵਜ੍ਹਾ ਤੋਂ ਮੇਰੇ ਉੱਤੇ ਤੇਜ਼ਾਬ ਸੁੱਟਿਆ ਗਿਆ? ਉਹ ਨਾ ਜੀ ਉਹਨਾਂ ਨੇ ਮੇਰੇ ਵਾਲਦ ਸਾਹਿਬ ਸੇ ਤਾਇਆ ਮੇਰਾ, ਉਹ ਨਾ ਉਹਨਾਂ ਕੋਲ ਪੈਸੇ 15-20 ਹਜ਼ਾਰ ਰੁਪਏ ਲੈ ਲਿਆ, ਕੁਛ ਉਹਨੇ ਖਾ ਲਿਆ। ਹਾਂਜੀ ਕੁਛ ਉਹਨਾਂ ਨੇ ਲੈ ਲਿਆ। ਫਿਰ ਅੱਬੂ ਜੀ ਉਹਨਾਂ ਨੇ ਨਾ ਜੀ ਐਵੇਂ ਮੇਰੀ ਬੀਵੀ ਦਾ ਨਾਂ ਲੈਂਦਾ ਰਿਹਾ, ਉਹ ਇਹ ਗਲਤ ਸੀਗੀ। ਇਹਦੀ ਵਜ੍ਹਾ ਤੋਂ ਤਦਾਬ ਪਾਇਆ। ਮੇਰੇ ਘਰ ਵਾਲੇ ਲੜਨ, ਸਾਰੇ ਅੱਬੂ ਹੋਰੀ ਵੀ ਲੜਨ। ਹਾਂਜੀ ਤੇ ਕਰਦੇ ਕਰਾਉਂਦੇ ਆ ਉਹ ਮੇਰੇ ਨਾਲ ਰਾਤ, ਉਸੇ ਰਾਤ ਮੇਰੇ ਨਾਲ ਹੀ ਆ ਗਈ ਸੀ ਜੀ। ਹੁਣ ਉਹਦੀ ਗਲਤੀ ਸਮਝਦੇ ਆ, ਉਹਦੀ ਜੇ ਕਹਿੰਦੇ ਉਹਦੀ ਗਲਤੀ ਆਉਂਦੀ ਉਹ ਫਿਰ ਮੈਨੂੰ ਛੱਡ ਦਿੰਦੀ, ਉਸੇ ਰਾਤੀ ਮੇਰੇ ਨਾਲ ਨਾ ਆਉਂਦੀ। ਹਾਂਜੀ ਉਹ ਮੇਰੇ ਕੋਲ ਨਿਸ਼ਤਰ ਮੇਰੇ ਕੋਲ ਆ ਰਹੀ ਹੈ, ਹਾਲੇ ਤੱਕ ਮੇਰੇ ਕੋਲ ਆ। ਉਹਦੇ 'ਚ 3 ਮੇਰੀਆਂ ਬੇਟੀਆਂ ਨੇ, 4 ਬੇਟੇ ਮੇਰੇ ਨੇ। ਮੈਂ 9 ਸਾਲ ਨਾਈਆਂ ਦਾ ਕੰਮ ਮੈਂ ਕਰਦਾ ਰਿਹਾ, ਸੜਨ ਤੋਂ ਬਾਅਦ ਵੀ ਕਿਸੇ ਕੋਲੋਂ ਮੇਰਾ ਦਿਲ ਨਹੀਂ ਸੀ ਕਰਦਾ ਮੰਗਣ ਵਾਸਤੇ। ਹਾਂਜੀ ਮਾਲੀ ਇਮਦਾਦ ਦੀ ਕੋ ਅੱਬੂ ਹੋਰੀ ਮੈਨੂੰ ਕਦੇ 10 ਰੁਪਏ ਦੇ ਦੇਣ, 5 ਰੁਪਏ ਦੇ ਦੇਣ, ਮੈਂ ਗੁਜ਼ਾਰਾ ਫੇਰ ਹੀ ਕਰਦਾ ਰਿਹਾ। ਪਰੇਸ਼ਾਨ ਇੰਨਾ ਹੋਇਆ, ਬੜੀ ਔਖੀ ਜ਼ਿੰਦਗੀ ਵਕਤ। 9 ਸਾਲ ਕੰਮ ਮੈਂ ਨਾਈਆਂ ਫਿਰ ਕਰਦਾ ਰਿਹਾ। ਉਸ ਤੋਂ ਬਾਅਦ ਬੱਚੇ ਜਿਸ ਤਰ੍ਹਾਂ ਮੇਰੇ ਦਵਾਈ ਨਾ ਲੈ ਸਕਾਂ ਬੱਚਿਆਂ ਦੀ। ਹਾਂਜੀ ਇੱਕ ਮੇਰੀ ਬੇਟੀ ਫੌਤ ਹੋ ਗਈ ਫਿਰ ਜੇ ਦਵਾਈ ਨਾ ਲੈਣ ਦੀ ਵਜ੍ਹਾ ਤੋਂ। ਮੈਨੂੰ ਕਿਸੇ ਨਾ ਭਰਾ, ਕੋਈ ਭੈਣ ਭਰਾ, ਕੋਈ ਵੀ ਤਾਵਾਂ ਨਹੀਂ ਸੀ ਕਰਦਾ। ਮੈਂ ਦੱਸੋ ਕਿ ਕੋਈ ਤੁਹਾਨੂੰ ਪੁਲਿਸ ਦੀ ਤਰਫੋਂ ਕੋਈ ਤੁਸੀਂ ਕੰਪਲੇਨ ਨਹੀਂ ਕੀਤੀ ਕਿ ਤੁਹਾਡੇ ਨਾਲ ਇੰਨਾ ਵੱਡਾ ਜ਼ੁਲਮ ਕੀਤਾ ਗਿਆ? ਪੁਲਿਸ ਵੀ ਪੈਸੇ ਖਾਂਦੀ ਹੈ। ਪੁਲਿਸ ਤੁਹਾਨੂੰ ਪਤਾ ਜਿਹੜਾ ਦੌਰ ਜਾ ਰਿਹਾ ਉਸ ਟਾਈਮ ਵੀ ਕਈ ਵਿੱਚ ਕਾਲੀਆਂ ਭੇੜਾਂ ਹੈ ਹੁੰਦੀਆਂ ਨੇ, ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਅੱਲਾਹ ਤਾਲਾ ਦਾ ਖੌਫ ਹੀ ਨਹੀਂ ਹੁੰਦਾ। ਉਹਨਾਂ ਦੀ ਵਜ੍ਹਾ ਤੋਂ ਅੱਜ ਮੇਰੀ ਜ਼ਿੰਦਗੀ ਖਰਾਬ ਹੋ ਗਈ। ਮੈਂ ਕਿਸੇ ਉਲਟ ਉਹਨਾਂ ਨੇ ਕੇਸ ਵੀ ਉਲਟ ਕਰਾ ਦਿੱਤਾ ਜੀ। ਉਹਨਾਂ ਨੇ ਇਹ ਜੀ ਔਰਤ ਦੀ ਵਜ੍ਹਾ ਤੋਂ ਤਦਾਬ ਪੈ ਗਿਆ ਜੀ। ਉਹ ਕਰਦਾ ਉਹਨੂੰ ਚਾਹੁੰਦਾ ਸੀ, ਉਹ ਬਾਹਰੋਂ ਉਹਨਾਂ ਨੇ ਜ਼ਮਾਨਤ ਕਰਾ ਲਈ ਕਿ ਨਾ ਉਹਨੂੰ ਥਾਣੇ ਵੀ ਫੜਿਆ, ਤਿੱਕਰ ਇੱਕ ਮਿੰਟ ਨਹੀਂ ਗਿਆ ਬੰਦਾ। ਇਹ ਮੈਨੂੰ ਦੱਸੋ ਕਿ ਤੁਹਾਡੇ ਨਾਲ ਇੰਨਾ ਕੁਝ ਹੋ ਗਿਆ ਤੇ ਤੁਹਾਡੇ ਜਿਹੜੇ ਬੱਚੇ ਸੀ ਜਦੋਂ ਤੁਸੀਂ 6 ਮਹੀਨੇ ਹਸਪਤਾਲ ਵਿੱਚ ਦਾਖਲ ਰਹੇ ਹੋ ਤੇ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਸੀ? ਨਹੀਂ, ਬੱਚੇ ਬਾਅਦ ਚਲਾਣੇ ਦਿੱਤੇ। ਮੇਰੀ ਬੀਵੀ ਮੇਰੇ ਨਾਲ ਰਹੀ ਹੈ। ਉਹ ਕੇਸ ਵੀ ਫਿਰ ਡਰਾਉਂਦੇ ਸੀ। ਅੱਬੂ ਨੇ ਕੇਸ ਕੀਤਾ, ਮੇਰੀ ਬੀਵੀ ਨੂੰ ਕਹਿੰਦੇ ਤੈਨੂੰ ਫੈਰ ਮਾਰ ਦਾਂਗੇ, ਤੂੰ ਜੇ ਬਿਆਨ ਦਿੱਤਾ ਤੇ। ਉਹਨੇ ਬਿਆਨ ਦਿੱਤਾ, ਫਿਰ ਵੀ ਕਹਿੰਦੇ ਮੈਨੂੰ ਮਾਰ ਦਿਓ। ਤੁਹਾਡਾ ਮੇਰਾ ਕਸੂਰ ਕੀ? ਮੇਰੇ ਬੱਚੇ ਬੰਦੇ ਨੂੰ ਮੇਰਾ ਤੁਸੀਂ ਸਾੜ ਦਿੱਤਾ, ਸਾਡਾ ਕੀ ਕਸੂਰ ਸੀ? ਹਾਂਜੀ ਇਸ ਲਈ ਫਿਰ ਅੱਛਾ, ਹੁਣ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਹੁਣ ਕਿੰਨੇ ਸਾਲਾਂ ਤੋਂ ਲਾਹੌਰ 'ਚ ਰਹਿ ਰਹੇ ਹੋ ਤੇ ਕਿੰਜੇ ਆਪਣਾ ਇੱਥੇ ਗੁਜ਼ਰ ਬਸਰ ਕਰ ਰਹੇ ਹੋ? ਲਾਹੌਰ, ਇਸਲਾਮਾਬਾਦ, ਪਿੰਡੀ, ਹਰ ਜਗ੍ਹਾ ਤੇ ਗੌਰਮੈਂਟ ਨੂੰ ਮੈਂ ਦਰਖਾਸਤਾਂ ਦਿੰਦਾ ਰਿਹਾ, ਲੇਕਿਨ ਅਮਦਾਦ ਵਕਤੀ ਤੌਰ ਨਾਲ ਜੀ ਮੇਰੀ 10,000 20,000 ਕਰ ਦਿੰਦੇ ਰਹੇ ਨੇ। ਹਾਂਜੀ ਮੈਂ ਮਜ਼ਦੂਰ ਕੋਟੇ ਮੈਂ ਨੌਕਰੀ ਮੈਂ ਕਿ ਮੈਨੂੰ ਦੇ ਦੇਣ, ਨਹੀਂ ਮਿਲੀ, ਮੈਨੂੰ ਵੈਸੇ ਅਮਦਾਦ ਕਰ ਦੇਣਗੇ। ਹਾਂਜੀ ਉੱਦਾਂ ਮੈਨੂੰ ਮਸ਼ਵਰਾ ਦੌਰ 'ਚ ਵੀ ਮੇਰੇ ਨਾਲ ਤਾਵਨ ਉਹਨਾਂ ਨੇ ਗੌਰਮੈਂਟ ਨੇ ਮਸ਼ਵਰਾ ਦੌਰ ਕੀਤਾ, ਇਨਸਾਨੀ ਹਕੂਕ ਅਦਾਰੇ ਨਾਲ ਵੀ ਰਾਬਤਾ ਮੇਰਾ ਆਇਆ। ਹਾਂਜੀ ਤੇ ਤੁਸੀਂ ਮਤਲਬ ਕਿੰਜੇ ਤੁਹਾਡੇ ਬੱਚੇ ਵੀ ਕੋਈ ਕੰਮ ਕਰਦੇ ਨੇ? ਮਾਸ਼ਾਅੱਲਾ ਮੈਂ ਵੱਡੇ ਬੱਚੇ ਨੇ 10 ਪੜ੍ਹਾਇਆ, ਛੋਟੇ ਨੇ ਬੱਚੇ ਨੂੰ 10 ਪੜ੍ਹਾਇਆ ਵਾ, ਇੱਕ 2 5 ਪੜ੍ਹੇ ਨੇ ਬੱਚੇ। ਮਸਲਾ ਨੂੰ ਗੁਜ਼ਾਰਾ ਆਪਣਾ ਕਰ ਰਹੇ ਨੇ ਜਿਵੇਂ ਹੀ। ਹਾਂਜੀ ਹੁਣ ਮੈਨੂੰ ਨਹੀਂ ਖਰਚਾ, ਮੈਨੂੰ ਬੱਚੇ ਵੀ ਨਹੀਂ ਦਿੰਦੇ।
ਅਖੀਰ ਮਜਬੂਰਨ ਭਾਈ ਮੈਂ ਆਪਣੇ ਪੇਟ ਮੇਰਾ ਤਾਂ ਦਿਲ ਕਰਦਾ ਨਾ ਕੋਈ ਚੀਜ਼ ਖਾਣ ਨੂੰ ਲੈਣ ਨੂੰ ਹਾਂਜੀ ਅਖੀਰ ਮੈਨੂੰ ਮੰਗਣਾ ਪੈ ਗਿਆ ਮਜਬੂਰਨ ਮਾਲੀ ਇਮਦਾਦ ਤੇ ਕੋਈ ਅੱਲਾ ਦਾ ਬੰਦਾ ਕੋਈ 10 20 100 50 200 ਹਜ਼ਾਰ ਦੇ ਦਿੰਦਾ ਹੈ ਹਾਂਜੀ ਜਿਹੜਾ ਮੇਰਾ ਟਾਈਮ ਪਾਸ ਮੈਂ ਖਰਚਾ ਛੋਟੇ ਛੋਟੇ ਬੱਚੇ ਸੀ ਪੜਾਇਆ ਵੀ ਆ ਬੱਚਿਆਂ ਨੂੰ ਮਾਸ਼ਾਅੱਲਾ बीवी का खर्चा कितों ਬੀਵੀ ਤਾਂ ਦਿੰਦੇ ਇਸੇ ਤਰ੍ਹਾਂ ਤੁਹਾਡੇ ਵਰਗੇ ਦੋਸਤ ਭਰਾ ਤਾਮਨ ਮੇਰੇ ਨਾਲ ਕਰਦੇ ਨੇ ਹਾਂਜੀ ਤੇ ਮੈਂ ਖਰਚਾ ਆਪਣਾ ਪੂਰਾ ਕਰ ਹੁਣ ਮੈਂ ਨਾ ਖਰਚਾ ਆਪਣਾ ਕਰ ਰਿਹਾ ਜੀ ਹੁਣ ਮੈਂ ਅੱਗੇ ਅੱਲਾਹ ਤਾਲਾ ਦੇ ਅੱਗੇ ਇਹ ਦੁਆ ਕਰਦਾ ਅੱਲਾਹ ਤਾਲਾ ਮੈਨੂੰ ਕੋਈ ਹਾਂ ਗਵਰਨਮੈਂਟ ਜਾਂ ਮੈਨੂੰ ਅਮਦਾਦ ਦੇ ਦੇਵੇ ਉਹ ਇਸ ਤਰ੍ਹਾਂ ਅਮਦਾਦ ਨਾ ਦੇਵੇ ਕਰਜ਼ੇ ਤੌਰ ਦੇ ਦੇਣ ਮੈਂ ਆਪਣੇ ਮੇਰੇ ਕੋਲ ਜਗ੍ਹਾ ਹੈਗੀ ਹੈ ਮੈਂ ਕੋਈ ਆਪਣਾ ਕਾਰੋਬਾਰ ਆਟੇ ਵਾਲੀ ਚੱਕੀ ਵੀ ਲਾ ਲਾ ਬਣਾ ਲਵਾਂ ਹਾਂਜੀ ਉਹ ਮੈਂ ਆਪਣਾ ਕਾਰੋਬਾਰ ਚਲਾ ਕੇ ਬਹਿ ਜਾ ਤੁਹਾਡੀ ਰਿਹਾਇਸ਼ ਵਗੈਰਾ ਕਿੱਥੇ ਮੇਰੀ ਮਿयाँ ਜ਼ਿਲ੍ਹਾ ਖਾਨੇਵਾਲ ਤਹਿਸੀਲ ਮੀਆਂ ਚੰਨੋ ਮਹੱਲਾ ਰਹਿਮਾਨੀਆ ਗਲੀ ਨੰਬਰ ਮੈਂ 0 'ਚ ਰਹਿਣਾ ਹਾਂਜੀ ਮਹੱਲੇ ਹਾਂਜੀ ਤੇ ਹੁਣ ਤੁਸੀਂ ਅਪੀਲ ਜਾਂ ਤੁਹਾਡੇ ਵਾਸਤੇ ਕਿੰਜੇ ਕੋਈ ਇਮਦਾਦ ਵਗੈਰਾ ਦਾ ਕੋਈ ਐਲਾਨ ਨਹੀਂ ਕੀਤਾ ਜਾਂਦਾ ਕਿੱਥੋਂ ਵੀ ਕਿਤੋਂ ਵੀ ਨਹੀਂ ਕੋਈ ਅੱਲਾ ਦਾ ਬੰਦਾ ਹਾਲਾਤ ਜਿੱਦਾਂ ਦੇ ਦੌਰ ਆ ਗਿਆ ਅੱਜ ਮੈਨੂੰ ਨਾ ਮਰਾ ਕਿਸੇ ਹਕੂਮਤ ਵਾਲੇ ਤੇ ਕਿਸੇ ਵਜ਼ੀਰ ਆਜ਼ਮ ਵਜ਼ੀਰ ਆਲਾ ਤੇ ਕੋਈ ਨਹੀਂ ਹਕੂਮਤ ਕਿਸੇ ਤੇ ਮੈਨੂੰ ਗਿਲਾ ਨਹੀਂ ਹੈਗਾ ਨਾ ਉਹ ਜ਼ਾਲਮ ਨੇ ਮੈਨੂੰ ਤਬਾਹ ਕਰਤਾ ਮੇਰੀ ਜ਼ਿੰਦਗੀ ਖਰਾਬ ਕਰਤੀ ਮੈਂ ਅੱਲਾਹ ਤਾਲਾ ਮੈਂ ਫੇਰ ਹੀ ਹਿੰਮਤ ਰੱਖੀ ਕਈ ਵਾਰੀ ਦਿਲ ਕੀਤਾ ਖੁਦਕੁਸ਼ੀ ਕਰਨ ਨੂੰ ਨਹੀਂ ਯਾਰ ਮੈਂ ਕਿ ਯਾਰ ਅੱਲਾ ਨੇ ਮੈਨੂੰ ਜ਼ਿੰਦਗੀ ਦੁਬਾਰਾ ਦਿੱਤੀ ਆ ਇਸ ਵਾਸਤੇ ਲਈ ਹਿੰਮਤ ਰੱਖੀ ਤੇ ਜ਼ਿੰਦਗੀ ਜਿਹੜੀ ਨਾ ਮੈਂ ਆਪਣਾ ਪਤਾ ਜ਼ਿੰਦਗੀ ਹੈ ਵੀ ਕਿ ਨਹੀਂ ਉਹ ਤਾਂ ਅੱਲਾਹ ਤਾਲਾ ਮਰਨਾ ਇੱਕ ਦਿਨ ਹੈ ਨਾ ਜੀ ਤੇ ਲੇਕਿਨ ਮੇਰਾ ਕਿਆਮਤ ਵਾਲੇ ਦਿਨ ਉਸ ਬੰਦੇ ਦੇ ਹੱਥ ਗਿਰਬਾਨ 'ਚ ਹੱਥ ਹੋਏਗਾ ਜੀ ਹਾਂਜੀ ਮੇਰਾ ਕੀ ਕਸੂਰ ਸੀ ਮੈਨੂੰ ਸਾੜਿਆ ਤੋਂ ਹਾਂਜੀ ਤੁਸੀਂ ਜ਼ੁਲਮ ਕੀਤਾ ਮਦਦ ਵੀ ਕੋਈ ਨਹੀਂ ਉਹਨਾਂ ਬੰਦਿਆਂ ਨੇ ਕੀਤੀ 30-40 ਹਜ਼ਾਰ ਰੁਪਏ ਅੱਬੂ ਨੂੰ ਉਸ ਟਾਈਮ ਮੇਰੇ ਵਾਲਿਦ ਸਾਹਿਬ ਨੂੰ ਮਦਦ ਕੀਤੀ ਉਹਨਾਂ ਨੇ ਉਹ ਕੇਸ ਖਤਮ ਕਰਨ ਵਾਸਤੇ ਕੇਸ ਖਤਮ ਛੋੜ ਮਰਾ ਕੇ ਕੇਸ ਖਤਮ ਕਰਤਾ ਮੈਂ ਅੱਲਾਹ ਤਾਲਾ ਦੇ ਛੱਡ ਦਿੱਤੀ ਅੱਲਾਹ ਪਾਕ ਤੋਂ ਹੀ ਇਨਸਾਫ ਕਰਨਾ ਮੇਰਾ ਹਾਂਜੀ ਤੇ ਉਸ ਬੰਦਿਆਂ ਨੇ ਮੈਨੂੰ ਹਾਲੇ ਤੱਕ ਕੋਈ ਮੈਨੂੰ ਉਹਦੇ ਭਾਈ ਕਹਿਣ ਤੈਨੂੰ ਜੀ ਹਰ ਸਿਆਲ ਤਾਵਨ ਤੋਣ ਕਰਿਆ ਕਰਾਂਗੇ ਉਸ ਨੇ ਕਿਸੇ ਨੇ ਤਾਵਨ ਨਹੀਂ ਕੀਤਾ ਮੈਂ ਅੱਲਾਹ ਦੇ ਛੱਡਤੀ ਮੈਂ ਕੋਈ ਨਾ ਉਹਨਾਂ ਕੋਲ ਵੀ ਮੈਂ ਦੌਲਤ ਅੱਲਾਹ ਕੋਲੋਂ ਮੰਗਦਾ ਰਹਿਮਤ ਮੰਗਦਾ ਵਾਸ਼ਾ ਸੋਹਣੇ ਰੱਬ ਕੋਲੋਂ ਤੇ ਮੰਗਣੀ ਹੈ ਹਰ ਬੰਦੇ ਵਾਸਤੇ ਨਾ ਜੀ ਅੱਲਾਹ ਤਾਲਾ ਮੈਂ ਤੁਹਾਡੇ ਚੈਨਲ ਦੇ ਵਾਸਤੇ ਵੀ ਦੁਆ ਕਰਦਾ ਅੱਲਾਹ ਪਾਕ ਤੁਹਾਡੀ ਵੀ ਜ਼ਿੰਦਗੀ ਕਰੇ ਅੱਲਾਹ ਪਾਕ ਤੁਹਾਡਾ ਚੈਨਲ ਜ਼ਿਆਦਾ ਚੱਲੇ ਦੇਖਣ ਲੋਕ ਭਾਈ ਆਵਾਮ ਦੇਖੇ ਤੇ ਅੱਲਾਹ ਪਾਕ बहुत ज़्यादा तरक्की दे तो तरक्की दे चैनल वाले आमीन। जी नाजरीन मेरे साथ मौजूद है मोहम्मद रशीद जिनका यही कहना है कि हुकूमत की तरफ से इनकी कोई इमदाद नहीं कही और आज वो यकीनन रोड पे भीख मांगने में मजबूर हैं। खुदारा मेरी हुकूमती अदारों और उन तमाम लोगों से अपील है कि मोहम्मद रशीद की मदद की जाए और उस जैसे न जाने कितने ही लोग हमारे मुआशरे में मौजूद हैं जिनको इस मदद की ज़रूरत है और रशीद अहमद को वो इंसाफ दिलाया जाए जो एक मुआशरे के हर शहरी का हक़ है। अपने होस्ट मोहम्मद उस्मान को दीजिए इजाज़त। DM+ के साथ चैनल को सब्सक्राइब करना मत भूलिए ताकि हमारी आने वाली हर नई वीडियो आपको मिल सके।